ਪਾਵਨ ਪਵਿੱਤਰ ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ। ਗੁਰੂ ਜਸ ਸਰਵਣ ਕਰ ਲਾਹ ਪ੍ਰਾਪਤ ਕਰਨਾ ਕਰੀਏ ਜੀ। ਸੋ ਪਿਛਲੇ ਦੀਵਾਨਾਂ ਅੰਦਰ ਆਪ ਗੁਰਸਿੱਖ ਸੰਗਤਾਂ ਪ੍ਰਸੰਗ ਸਰਵਣ ਕੀਤਾ ਕਿ ਬਾਬਾ ਰਾਮ ਰਾਏ ਜੀ ਵੱਲੋਂ ਭੇਜਿਆ ਹੋਇਆ ਮਸੰਦ ਦੇਹਰਾਦੂਨ ਤੋਂ ਚੱਲ ਕੇ ਸ੍ਰੀ ਪਾਉਂਟਾ ਸਾਹਿਬ ਧੰਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਇਆ। ਸਤਿਗੁਰਾਂ ਦੇ ਚਰਨਾਂ 'ਤੇ ਨਤਮਸਤਕ ਹੁੰਦਿਆਂ ਬਾਬਾ ਰਾਮ ਰਾਏ ਜੀ ਵੱਲੋਂ ਬੇਨਤੀ ਕਰਕੇ ਸਤਿਗੁਰਾਂ ਦੇ ਨਾਲ ਮੁਲਾਕਾਤ ਠਹਿਰਾਈ ਹੈ। ਸਤਿਗੁਰਾਂ ਨੇ ਕਿਹਾ ਕਿ ਐਤਵਾਰ ਵਾਲੇ ਦਿਨ ਦੂਜ ਦਾ ਤਿਥ ਦੂਜੀ ਹੈ। ਅਸੀਂ ਜਮਨਾ ਨਦੀ ਦੇ ਵਿੱਚ ਬੇੜੀ ਦੇ ਉੱਪਰ ਸੈਰ ਕਰਾਂਗੇ। ਉੱਥੇ ਆ ਕੇ ਬਾਬਾ ਰਾਮ ਰਾਏ ਜੀ ਸਾਨੂੰ ਮਿਲ ਲੈਣ। ਸੁਣ ਕੇ ਮਸੰਦ ਬੜਾ ਪ੍ਰਸੰਨ ਹੋਇਆ। ਸਤਿਗੁਰਾਂ ਨੇ ਗੁਰੂ ਘਰ ਵੱਲੋਂ ਤਦੋਂ ਸਿਰੋਂ ਪਾਓ ਦੀ ਦਾਤ ਜਿਹੜੀ ਹੈ ਉਹ ਮਸੰਦ ਨੂੰ ਦਿੱਤੀ ਹੈ। ਇਹ ਪ੍ਰਸੰਗ ਆਪਾਂ ਪਿਛਲੇ ਦੀਵਾਨਾਂ ਅੰਦਰ ਸਰਵਣ ਕਰ ਚੁੱਕੇ ਹਾਂ। ਇਸ ਤੋਂ ਅੱਗੋਂ ਪਾਵਨ ਕਥਾ ਦੀ ਆਰੰਭਤਾ ਹੋ ਰਹੀ ਹੈ। ਕਲਿਆਣਕਾਰੀ ਸਤਿਗੁਰ ਦਾ ਇਤਿਹਾਸ। ਗੁਰੂ ਜਸ ਸਰਵਣ ਕਰ ਲਾਹ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਾਏ ਮਿਲਿਓ ਸਭ ਕਹਿਓ ਪ੍ਰਸੰਗ। ਸੋ ਜਾਏ ਮਿਲਿਓ ਗੁਰੂ ਸਾਹਿਬਾਂ ਕੋਲੋਂ ਵਿਦਾ ਹੋਇਆ ਇਹ ਮਸੰਦ ਬਾਬਾ ਰਾਮ ਰਾਏ ਜੀ ਨੂੰ ਜਾ ਕੇ ਮਿਲਿਆ ਜਿਸ ਵੇਲੇ, ਤੇ ਸਾਰਾ ਪ੍ਰਸੰਗ ਇਸਨੇ ਦੱਸਿਆ ਹੈ, ਸੁਣਾਇਆ। ਜਮਨਾ ਮਹਿ ਮਿਲਬੋ ਹਿਤ ਸੰਗ, ਕਿ ਬਾਬਾ ਜੀ ਜਮਨਾ ਨਦੀ ਦੇ ਵਿੱਚ ਹਿਤ ਪ੍ਰੇਮ ਦੇ ਸੰਯੁਗਤ ਸਤਿਗੁਰਾਂ ਦੇ ਨਾਲ ਆਪ ਜੀ ਦੀ ਮੁਲਾਕਾਤ ਨਿਯਤ ਹੋਈ ਹੈ। ਹੋਏ ਨੌਕਾ ਮਹਿ ਮਾਨਵ ਥੋਰੇ, ਸਤਿਗੁਰੂ ਜੀ ਨੌਕਾ ਵਿੱਚ ਬੇੜੀ ਵਿੱਚ ਆਉਣਗੇ ਅਤੇ ਗੁਰਾਂ ਦੇ ਨਾਲ ਗੁਰਸਿੱਖ ਵੀ ਥੋੜ੍ਹੇ ਹੀ ਹੋਣਗੇ। ਆਦਿਤਵਾਰ ਚਲੋ ਤਿਸ ਓਰੇ, ਸਤਿਗੁਰਾਂ ਨੇ ਐਤਵਾਰ ਵਾਲਾ ਦਿਨ ਨਿਯਤ ਕੀਤਾ ਹੈ। ਸੋ ਐਤਵਾਰ ਵਾਲੇ ਦਿਨ ਆਪ ਜੀ ਜਮਨਾ ਨਦੀ ਵੱਲ ਨੂੰ ਚੱਲੋ। ਉਤ ਤੇ ਹਿਤ ਅਖੇਰ ਚੱਲ ਆਵੇ, ਉਧਰੋਂ ਸਤਿਗੁਰੂ ਜੀ ਸ਼ਿਕਾਰ ਖੇਲਣ ਵਾਸਤੇ ਆਉਣਗੇ। ਕੁਛ ਮਾਨਵ ਆਪਣੇ ਸੰਗ ਲਿਆਵੇ, ਕੁਛ ਹੀ ਭਾਵ ਥੋੜ੍ਹੇ ਜਿਹੇ ਗੁਰਸਿੱਖ ਆਪਣੇ ਨਾਲ ਲੈ ਕੇ ਆਉਣਗੇ। ਜਿਸ ਪ੍ਰਕਾਰ ਮਿਲਬੇ ਅਭਿਲਾਖਾ, ਤੇ ਜਿਸ ਤਰ੍ਹਾਂ ਵੀ ਮਿਲਣ ਦੀ ਅਭਿਲਾਖਾ ਹੈ, ਮਿਲਣ ਦੀ ਇੱਛਾ ਹੈ। ਗਮਨਤ ਮੋਹੇ ਜਥਾ ਤੁਮ ਭਾਖਾ, ਜਿਸ ਤਰ੍ਹਾਂ ਜਾਣ ਲੱਗਿਆ ਤੁਸੀਂ ਮੈਨੂੰ ਕਿਹਾ ਸੀ ਕਿ ਦੂਤ ਬਣ ਕੇ ਚੱਲਿਆ ਹੈ। ਐਸੀ ਦਾਨਿਸ਼ਮੰਦਤਾ ਵਿਖਾਈ ਸਤਿਗੁਰਾਂ ਕੋਲ ਜਾ ਕੇ ਕਿ ਮੈਨੂੰ ਗੁਰਾਂ ਕੋਲ ਪਾਉਂਟਾ ਸਾਹਿਬ ਨਾ ਜਾਣਾ ਪਵੇ ਤੇ ਮਾਰਗ ਵਿੱਚ ਹੀ ਮੁਲਾਕਾਤ ਜਿਹੜੀ ਹੈ ਉਹ ਨਿਯਤ ਹੋ ਜਾਵੇ। ਸੋ ਜਿਵੇਂ ਤੁਸੀਂ ਮੈਨੂੰ ਕਿਹਾ ਸੀ। ਹੋਏ ਬੇਦ ਸੋ ਰਚ ਮੈਂ ਚਤੁਰਾਈ, ਵਿਧੀ ਪੂਰਵਕ ਉਚਿਤ ਇਕਾਂਤ ਸਥਾਨ 'ਤੇ ਮੁਲਾਕਾਤ ਹੋਣੀ ਚਾਹੀਦੀ ਹੈ।
ਉਹੀ ਵਿਧੀ ਮੈਂ ਬੜੀ ਆਪਣੀ ਬੁੱਧੀ ਦੀ ਚਤੁਰਾਈ, ਆਪਣੀ ਮਤ ਦੀ ਸਿਆਣਪ ਦੇ ਨਾਲ ਤੁਹਾਡੀ ਸਤਿਗੁਰੂ ਸਾਹਿਬਾਂ ਦੇ ਨਾਲ ਮੁਲਾਕਾਤ ਠਹਿਰਾ ਦਿੱਤੀ ਹੈ। ਜਦਿਅਪੀ ਅੰਤਰਜਾਮੀ ਧੰਨ ਕਲਗੀਧਰ ਪਾਤਸ਼ਾਹ ਸਤਿਗੁਰਾਂ ਨੇ ਬਾਬਾ ਜੀ ਦੇ ਮਨ ਦੀ ਗੱਲ ਜਾਣ ਕੇ ਆਪ ਹੀ ਮੁਲਾਕਾਤ ਇਕਾਂਤ ਵਿੱਚ ਕਰਨੀ ਸਵੀਕਾਰ ਕੀਤੀ ਹੈ। ਤਦਿਅਪੀ ਇਹ ਮਸੰਦ ਬਾਬਾ ਰਾਮ ਰਾਏ ਜੀ ਦੇ ਕੋਲ ਆਪਣੀ ਚਤੁਰਾਈ ਦੀ ਪ੍ਰਦਰਸ਼ਨੀ ਕਰਦਿਆਂ ਹੋਇਆਂ ਬਾਬਾ ਜੀ ਨੂੰ ਕਹਿ ਰਿਹਾ ਹੈ ਕਿ ਮੈਂ ਆਪਣੀ ਬੁੱਧੀ ਦੀ ਚਤੁਰਾਈ, ਆਪਣੀ ਮਤ ਦੀ ਸਿਆਣਪ ਦੇ ਨਾਲ ਇਹ ਕਾਰਜ ਸੰਪੰਨ ਕੀਤਾ ਹੈ। ਅਨੇਥਾ ਇਹ ਕਾਰਜ ਇਸ ਤਰ੍ਹਾਂ ਇਕਾਂਤ ਵਿੱਚ ਮੁਲਾਕਾਤ ਸਤਿਗੁਰੂ ਜੀ ਸਵੀਕਾਰ ਨਹੀਂ ਸਨਗੇ ਕਰ ਰਹੇ। ਆਪਣੀ ਅਹੰ ਭਾਵ ਬਿਰਤੀ ਜਿਹੜੀ ਹੈ ਉਹ ਜ਼ਾਹਰ ਕਰ ਰਿਹਾ ਹੈ। ਕਹਿ ਸ਼ੁਭ ਬਾਤ ਸੋ ਭਾਂਤ ਬਨਾਈ। ਬੜੀਆਂ ਮੈਂ ਸ਼ੁਭ ਗੱਲਾਂ ਕਰਕੇ, ਸ੍ਰੇਸ਼ਟ ਗੱਲਾਂ ਕਰਕੇ ਤੇ ਉਸੇ ਤਰ੍ਹਾਂ ਜਿਹੜੀ ਗੱਲ ਹੈ ਜਿਵੇਂ ਤੁਸੀਂ ਕਿਹਾ ਸੀ ਉਹ ਮੈਂ ਬਣਾ ਦਿੱਤੀ ਹੈ। ਸੁਣ ਸ਼੍ਰੀ ਰਾਮ ਰਾਏ ਹਰਖਾਇਓ। ਜਿਸ ਵੇਲੇ ਬਾਬਾ ਜੀ ਨੇ ਮਸੰਦ ਦੇ ਮੁਖੋਂ ਸੁਣਿਆ ਤੇ ਬਾਬਾ ਜੀ ਪ੍ਰਸੰਨ ਹੋਏ। ਤਿਸ ਮਸੰਦ ਕੁਛ ਦਰਬ ਦਿਵਾਇਓ। ਉਸ ਮਸੰਦ ਨੂੰ ਬਾਬਾ ਜੀ ਨੇ ਕੋਸ਼ਕਾਰ ਨੂੰ ਕਹਿ ਕੇ ਤੇ ਧਨ ਵੀ ਜਿਹੜਾ ਉਹ ਦਿਵਾਇਆ। ਆਦਿਤਵਾਰ ਪ੍ਰਤੀਖਤ ਰਹਿਓ। ਹੁਣ ਬਾਬਾ ਜੀ ਐਤਵਾਰ ਦੂਜ ਵਾਲਾ ਦਿਨ ਉਡੀਕ ਰਹੇ। ਪੁਨ ਸਮਾਜ ਬੂਝਨ ਕੋ ਕਹਿਓ। ਬਾਬਾ ਜੀ ਨੇ ਸਮਾਜ ਦੇ ਬਾਬਤ ਪੁੱਛਿਆ। ਸਤਿਗੁਰਾਂ ਦੇ ਕੋਲ ਕਿੰਨਾ ਕੁ ਸਮਾਜ ਹੈ, ਸਮੱਗਰੀ ਹੈ, ਸੈਨਾ ਹੈ, ਘੋੜੇ ਹੈ, ਕਿੰਨਾ ਕੁ ਸਤਿਗੁਰਾਂ ਦੇ ਕੋਲ ਇਹ ਸਮਾਜ ਜੋ ਜਲਾਲ ਹੈ। ਕੇਤਕ ਦਲ ਕੇਤਕ ਉਤਸਾਹ। ਕਿਤਨਾ ਕੁ ਗੁਰਾਂ ਕੋਲ ਦਲ ਹੈ, ਫੌਜ ਹੈ, ਤੇ ਫੌਜ ਵਿੱਚ ਕਿਤਨਾ ਕੁ ਉਤਸ਼ਾਹ ਹੈ। ਕਿਤਕ ਅਕੋਰਨ ਅਰਪਹਿ ਪਾਹਾ। ਕਿਤਨੀਆਂ ਕੁ ਸੰਗਤਾਂ ਗੁਰਾਂ ਕੋਲ ਆਉਂਦੀਆਂ ਅਤੇ ਕਿਤਨੀਆਂ ਕੁ ਆਕੋਰ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਪਣ ਕਰਦੀਆਂ ਹਨ। ਤਬ ਮਸੰਦ ਕਰ ਬੰਦ ਬਖਾਨਾ। ਸੁਣ ਕੇ ਤੇ ਮਸੰਦ ਨੇ ਦੋਨੋਂ ਹੱਥ ਜੋੜੇ ਤੇ ਕਹਿਣ ਲੱਗਾ, ਦਿਨ ਪ੍ਰਤ ਬਦਤ ਸਮਾਜ ਮਹਾਨਾ। ਹੇ ਬਾਬਾ ਜੀ, ਸਤਿਗੁਰਾਂ ਦਾ ਸਮਾਜ ਜਿਹੜਾ ਹੈ ਉਹ ਪ੍ਰਤੀ ਦਿਨ ਵੱਧ ਰਿਹਾ ਹੈ। ਜਥਾ ਅਦਕ ਮਹਿ ਪਾਲਨ ਕੇਰਾ। ਜਿਸ ਤਰ੍ਹਾਂ ਬਹੁਤ ਵੱਡੇ ਮਹਿਪਾਲ, ਬਹੁਤ ਵੱਡੇ ਰਾਜਿਆਂ ਦਾ ਸਮਾਜ ਹੁੰਦਾ ਹੈ, ਖਰਚ ਆਮਦਨ ਤਥਾ ਵਡੇਰਾ। ਉਸੇ ਤਰ੍ਹਾਂ ਆਮਦਨ ਵੀ ਬਹੁਤ ਹੈ, ਚੜਾਵਾ ਵੀ ਬਹੁਤ ਹੈ ਤੇ ਖਰਚ ਵੀ ਬਹੁਤ ਹੁੰਦਾ ਹੈ। ਪ੍ਰਥਮ ਗੁਰੂ ਸ਼੍ਰੀ ਹਰਿਗੋਬਿੰਦ। ਪ੍ਰਥਮ ਪਹਿਲਾ ਜੋ ਇਹਨਾਂ ਦੇ ਵੱਡੇ ਗੁਰੂ ਦਾਦਾ ਗੁਰੂ ਹੋਏ, ਧੰਨ ਗੁਰੂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ, ਜੋ ਆਪ ਜੀ ਦੇ ਪੜਦਾਦਾ ਜੀ ਸਨ। ਸੁਨਿਓ ਜਥਾ ਉਤਸਾਹ ਬਿਲੰਦ। ਸੁਣਿਆ ਹੈ ਕਿ ਜਿਸ ਤਰ੍ਹਾਂ ਉਹਨਾਂ ਵਿੱਚ ਉਤਸ਼ਾਹ ਸੀ, ਜਿਵੇਂ ਉਹ ਜੰਗ ਕਰਨ ਵਾਸਤੇ ਉਤਸ਼ਾਹਤ ਰਹਿੰਦੇ ਸਨ ਤੇ ਫੌਜਾਂ ਕੋਲ ਰੱਖਦੇ ਸਨ। ਤਿੰਨ ਤੇ ਦੂਨ ਚੌਨ ਵਿਸਾਲਾ। ਉਹਨਾਂ ਦੇ ਨਾਲੋਂ ਦੁੱਗਣਾ ਤੇ ਚੌਗਣਾ ਉਤਸ਼ਾਹ ਮੈਂ ਵੇਖ ਕੇ ਆਇਆ। ਕਲਗੀਧਰ ਪਾਤਸ਼ਾਹ ਸਤਿਗੁਰਾਂ ਦਾ, ਗੁਰਾਂ ਦੀ ਫੌਜ ਦਾ ਉਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਜੋ ਜਸ ਸੁਣਿਆ ਹੈ, ਉਹਦੇ ਨਾਲੋਂ ਵੀ ਦੁੱਗਣਾ ਤੇ ਚੌਗਣਾ ਉਤਸ਼ਾਹ ਮੈਂ ਤੱਕਿਆ।
ਵਦਤੋ ਜਾਤ ਸਰਬਥਾ ਕਾਲਾ। ਸਰਬਥਾ ਹਰ ਸਮੇਂ ਵੱਧ ਤੋਂ ਜਾਤ, ਵੱਧਦਾ ਜਾਂਦਾ ਹੈ ਪ੍ਰਤਾਪ ਸਤਿਗੁਰਾਂ ਦਾ। ਕੌਣ ਕੌਣ ਗਿਨ ਭਨੋ ਸਮਾਜਾ। ਸਤਿਗੁਰਾਂ ਦੇ ਕੋਲ ਜੋ ਸਮਾਜ ਹੈ, ਜੋ ਸਮੱਗਰੀ ਹੈ, ਕਿਹੜੀ ਕਿਹੜੀ ਗਿਣ ਕੇ ਮੈਂ ਆਪ ਜੀ ਨੂੰ ਬਿਆਨ ਕਰਾਂ, ਆਪ ਜੀ ਨੂੰ ਦੱਸਾਂ। ਸ਼ੋਭਤ ਬੈਠ ਜਥਾ ਮਹਾਰਾਜਾ। ਸਿੰਘਾਸਣ ਤੇ ਬੈਠੇ ਹੋਏ ਇਸ ਤਰ੍ਹਾਂ ਸ਼ੋਭਾ ਦਿੰਦੇ ਹਨ ਜਿਸ ਤਰ੍ਹਾਂ ਕੋਈ ਬਹੁਤ ਵੱਡਾ ਮਹਾਨ ਪ੍ਰਤਾਪੀ ਚੱਕਰਵਰਤੀ ਸਮਰਾਟ ਬੈਠਾ ਹੋਇਆ ਹੋਵੇ। ਤੇ ਕਿਹੜੇ ਕਿਹੜੇ ਸਮਾਜ ਦੀ ਗਿਣਤੀ ਕੀਤੀ ਜਾ ਸਕਦੀ ਹੈ। ਹਾਥੀ, ਘੋੜੇ, ਰੱਥ, ਸੁਖ ਪਾਲਕੀਆਂ, ਸ਼ਸਤਰ, ਅਸਲਾ, ਬਰੂਦ, ਬੇਅੰਤ ਫੌਜਾਂ ਹਨ। ਦੇਗ ਲੰਗਰ ਬੇਅੰਤ ਚੱਲਦੇ ਹਨ। ਸੋਹਣਾ ਕਿਲਾ ਬਣਿਆ, ਇਮਾਰਤਾਂ ਬੜੀਆਂ ਸੁੰਦਰ ਬਣੀਆਂ। ਫਿਰ ਸੋਹਣੀ ਸਭਾ ਲੱਗਦੀ ਹੈ, ਗੁਰਾਂ ਦਾ ਦੀਵਾਨ ਸਜਦਾ ਹੈ, ਵਿੱਚ ਸੋਹਣੇ ਚੰਦੋਏ ਤਣੇ ਜਾਂਦੇ ਹਨ, ਸੋਹਣੇ ਸਿੰਘਾਸਨ, ਸੋਹਣੇ ਗਲੀਚੇ ਵਿਛਾਈਆਂ। ਕਿਸ ਕਿਸ ਗੱਲ ਨੂੰ ਮੈਂ ਬਿਆਨ ਕਰਾਂ ਗੁਰੂ ਸਾਹਿਬਾਂ ਦਾ। ਜੋ ਸਮਾਜ ਹੈ, ਸਮੱਗਰੀ ਹੈ, ਉਹ ਰਾਜਿਆਂ ਮਹਾਰਾਜਿਆਂ ਚੱਕਰਵਰਤੀ ਸਮਰਾਟਾਂ ਦੇ ਵਾਂਗੂ ਸ਼ੋਭਦੀ ਹੈ। ਗਰ ਸ਼ਮਸ਼ੇਰ ਦਿਪਤ ਸਾਮਸ਼ੇਰ। ਗਲ ਦੇ ਵਿੱਚ ਉਹ ਸ਼ਮਸ਼ੇਰ ਪਾਉਂਦੇ ਆ, ਤਲਵਾਰ ਪਾਉਂਦੇ ਆ। ਇਸ ਤਰ੍ਹਾਂ ਸ਼ੋਭਾ ਦਿੰਦੇ ਆ ਜਿਵੇਂ ਬੱਬਰ ਸ਼ੇਰ ਹੁੰਦਾ। ਬੱਬਰ ਸ਼ੇਰ ਦੀ ਨਿਆਈ ਸਤਿਗੁਰੂ ਜੀ ਸ਼ੋਭਦੇ ਆ। ਉੱਚੀ ਦ੍ਰਿਸ਼ਟ ਲਖਹਿ ਸਭ ਜ਼ੇਰ। ਉੱਚੀ ਦ੍ਰਿਸ਼ਟ ਲਖੈ ਸਭ ਜ਼ੇਰ। ਸਤਿਗੁਰਾਂ ਦੀ ਦ੍ਰਿਸ਼ਟੀ ਜਿਹੜੀ ਹੈ ਉਹ ਬਹੁਤ ਉੱਚੀ ਹੈ। ਲਖੈ ਸਭ ਜ਼ੇਰ, ਸਾਰੇ ਜਿਹੜੇ ਹੈ ਉਹ ਸਤਿਗੁਰਾਂ ਦੇ ਅਧੀਨ ਹਨ, ਗੁਰਾਂ ਦੀ ਨਿਗਾਹ ਤਲੇ ਹਨ, ਗੁਰਾਂ ਦੇ ਤਾਬੇਦਾਰ ਹਨ। ਦੋਹਰਾ ਦਿਵਸ ਜਾਣ ਕਰ ਜਾਣ ਕੋ। ਜਾਣ ਦਾ ਦਿਨ ਜਾਣ ਕੇ, ਭਾਵ ਕਿ ਦੂਜ ਵਾਲਾ ਦਿਨ ਆ ਗਿਆ ਹੈ, ਐਤਵਾਰ ਵਾਲਾ ਦਿਨ ਆ ਗਿਆ ਹੈ, ਇਹ ਜਾਣ ਕੇ। ਕੁਸ਼ਕ ਫਕੀਰਨ ਸੰਗ। ਕੁਛ ਫਕੀਰਾਂ ਦੇ ਨਾਲ ਚੇਤਕ ਸਿੱਖ ਜੋਤ ਤਿਆਰ ਹੋਏ। ਕਿਤਨੇ ਕੁ ਸਿੱਖਾਂ ਦੇ ਸਹਿਤ ਤਿਆਰ ਹੋ ਕੇ ਚੜ ਕਰ ਚੱਲਿਓ ਤੁਰੰਗ। ਘੋੜੇ ਤੇ ਸਵਾਰ ਹੋ ਕੇ ਤੇ ਚੱਲ ਪਏ ਐ ਬਾਬਾ ਰਾਮ ਰਾਏ ਜੀ। ਚਉਪਈ ਸਤਿਗੁਰ ਪੂਰਨ ਸ਼੍ਰੀ ਹਰਿ ਰਾਏ। ਸਤਿਗੁਰੂ ਗੁਰੂ ਸ੍ਰੀ ਰਾਏ ਸਾਹਿਬ ਮਹਾਰਾਜ ਸਾਹਿਬ ਜੋ ਪੂਰਨ ਸੋਤ ਸ਼੍ਰੀ ਰਾਮ ਰਾਏ ਹਰਿ ਖਾਏ। ਸੁਤ ਤਿਨਾਂ ਦੇ ਪੁੱਤਰ ਸ੍ਰੀ ਗੁਰੂ ਹਰਿ ਸਾਹਿਬ ਜੀ ਦੇ ਪੁੱਤਰ ਬਾਬਾ ਰਾਮ ਰਾਏ ਜੀ ਬੜੇ ਹਰਖਾਏ ਹਨ, ਬੜੇ ਪ੍ਰਸੰਨ ਹੋਏ ਹਨ। ਮਿਲਬੇ ਹਿਤ ਗਮਨਿਓ ਤਤਕਾਲਾ। ਮਿਲਣ ਵਾਸਤੇ ਤਤਕਾਲ ਛੇਤੀ ਦੇ ਨਾਲ ਗੁਰੂ ਸਾਹਿਬਾਂ ਨਾਲ ਮਿਲਣ ਵਾਸਤੇ ਚੱਲ ਪਏ ਐ। ਸੂਰਜ ਸੁਤਾ ਤੀਰ ਕੋ ਚਾਲਾ। ਤੇ ਸੂਰਜ ਦੀ ਸੁਤਾ ਜਈਏ ਕਹੀਏ ਜਿਹੜੀ ਪੁੱਤਰੀ ਹੈ ਜਮਨਾ, ਜਮਨਾ ਨਦੀ ਦੇ ਤੀਰ ਤੀਰ ਕਿਨਾਰੇ ਕਿਨਾਰੇ ਤੇ ਚੱਲ ਪਏ ਐ। ਇਤ ਸ਼੍ਰੀ ਕਲਗੀ ਧਰ ਭੀ ਤਿਆਰ। ਇਧਰ ਧੰਨ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਵੀ ਤਿਆਰ ਹੋ ਪਏ ਐ। ਚਪਲ ਤੁਰੰਗਮ ਪਰ ਅਸਵਾਰ। ਤੇ ਚੰਚਲ ਤੁਰੰਗਮ ਕਹੀਏ ਘੋੜੇ ਤੇ ਅਸਵਾਰ ਹੋ ਕੇ ਪਾਤਸ਼ਾਹ ਚੱਲ ਪਏ। ਦਇਆ ਰਾਮ ਪ੍ਰੋਹਤ ਹੋਏ ਨਾਲੇ। ਤੇ ਦਇਆ ਰਾਮ ਪ੍ਰੋਹਤ ਸਤਿਗੁਰਾਂ ਦਾ ਉਹ ਵੀ ਨਾਲ ਚੱਲ ਪਿਆ। ਪੰਚਹੁ ਵੀਰ ਅਰੂੜਤ ਚਾਲੇ। ਪੰਜੇ ਵੀਰ ਸੂਰਮੇ ਜਿਹੜੇ ਹਨ ਭੂਆ ਦੇ ਪੁੱਤ ਭਰਾ ਉਹ ਵੀ ਨਾਲ ਚੱਲ ਪਏ ਐ। ਮਾਤੁਲ ਲੈ ਕਿਰਪਾਲ ਕੋ ਸਾਥ। ਮਾਮਾ ਕਿਰਪਾਲ ਚੰਦ ਜੀ ਨੂੰ ਵੀ ਨਾਲ ਲਿਆ ਹੈ।
ਗਮਨ ਕੀਨ ਕਲਗੀ ਧਰਨਾਥ। ਨਾਥ ਸੁਆਮੀ ਧਨ ਕਲਗੀਆਂ ਵਾਲੇ ਪਾਤਸ਼ਾਹ ਜੀ ਪਾਉਂਟਾ ਸਾਹਿਬ ਤੋਂ ਡੇਹਰਾਦੂਨ ਵੱਲ ਨੂੰ ਚੱਲ ਪਏ। ਅਪਰ ਸੁਬਟ ਸਭ ਬਰਜ ਹਟਾਏ। ਬਾਕੀ ਸਾਰੇ ਸੂਰਮੇ ਗੁਰਾਂ ਵਰਜ ਕੇ ਹਟਾ ਦਿੱਤੇ ਐ, ਤੁਸੀਂ ਪਾਉਂਟਾ ਸਾਹਿਬ ਹੀ ਰਹੋ। ਭਾਵੇਂ ਅੱਗੇ ਸ਼ਿਕਾਰ ਖੇਲਣ ਜਾਂਦੇ ਤੇ ਸਾਰੀ ਫੌਜ ਨੂੰ ਹੀ ਨਾਲ ਲੈ ਜਾਂਦੇ। ਅੱਜ ਸਤਿਗੁਰੂ ਜੀ ਆਪ ਹਨ ਗੁਰਾਂ ਦਾ ਜੋ ਪ੍ਰਮੁੱਖ ਦੀਵਾਨ ਗੁਰਸਿੱਖ ਭਾਈ ਆਨੰਦ ਚੰਦ ਜੀ ਨਾਲ ਹਨ। ਤੇ ਇਸੇ ਤਰ੍ਹਾਂ ਪੰਜੇ ਭੂਆ ਦੇ ਪੁੱਤ ਭਰਾ ਤੇ ਮਾਮਾ ਜੀ ਇਹ ਚੱਲ ਪਏ ਐ। ਹਰੇ ਬਿਲੋਕਤ ਹੋਇ ਸਮੁਦਾਏ। ਸਮੁਦਾਏ ਸਾਰੇ ਹੀ ਖਲੋ ਕੇ ਵੇਖ ਰਹੇ ਹਨ। ਜਮਨਾ ਤੀਰ ਤੀਰ ਗਮਨੰਤੇ। ਸਤਿਗੁਰੂ ਜੀ ਜਮਨਾ ਨਦੀ ਦੇ ਤੀਰ ਤੀਰ ਕਿਨਾਰੇ ਕਿਨਾਰੇ ਤੇ ਜਾ ਰਹੇ ਹਨ। ਰੁਚਰ ਪ੍ਰਵਾਹ ਹੀਰ ਹਰ ਖੰਤੇ। ਬਹੁਤ ਸੁੰਦਰ ਜਮਨਾ ਨਦੀ ਦੇ ਜਲ ਦਾ ਪ੍ਰਵਾਹ ਹੈ, ਜਿਸ ਨੂੰ ਵੇਖ ਵੇਖ ਬਹੁਤ ਪ੍ਰਸੰਨ ਹੋ ਰਹੇ ਹਨ। ਨੰਦ ਚੰਦ ਸੋ ਬੋਲਤ ਜਾਤੇ। ਆਪਣੇ ਪ੍ਰਮੁੱਖ ਦੀਵਾਨ ਭਾਈ ਆਨੰਦ ਚੰਦ ਜੀ ਦੇ ਨਾਲ ਬਚਨ ਬਿਲਾਸ ਕਰਦੇ ਜਾ ਰਹੇ ਹੈ। ਸੁੰਦਰ ਨਦੀ ਵਿਪਨ ਬਹੁ ਭਾਂਤੇ। ਇਹ ਨਦੀ ਦੀਆਂ ਲਹਿਰਾਂ ਬੜੀਆਂ ਸੁੰਦਰ ਹਨ। ਨਦੀ ਦਾ ਜਲ ਬਹੁਤ ਸ਼ੀਤਲ ਹੈ ਤੇ ਵਿਪਨ ਬਹੁ ਭਾਂਤੇ। ਜਿਹੜਾ ਜੰਗਲ ਹੈ ਉਹ ਵੀ ਬਹੁਤ ਤਰ੍ਹਾਂ ਦਾ ਸੁੰਦਰ ਹੈ। ਸੰਗੋ ਸ਼ਾਹੇ ਜੀਤ ਮਲ ਸੰਗ। ਸਤਿਗੁਰਾਂ ਦੇ ਨਾਲ ਭਾਈ ਸੰਗੋ ਸ਼ਾਹ ਜੀ ਭੂਆ ਦੇ ਪੁੱਤਰ ਹਨ, ਬੀਬੀ ਵੀਰੋ ਜੀ ਦੇ ਸੁਪੁੱਤਰ ਹਨ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪੁੱਤਰੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਵੱਡੀ ਭੈਣ ਬਾਬਾ ਗੁਰਦਿੱਤਾ ਜੀ ਦੀ ਵੱਡੀ ਭੈਣ ਬੀਬੀ ਵੀਰੋ, ਉਹਨਾਂ ਦੇ ਪੁੱਤਰ ਹਨ ਇਹ ਪੰਜੇ। ਤੇ ਪੰਜੇ ਪੁੱਤਰ ਮਾਨੋ ਪੰਜੇ ਪਾਂਡਵ ਹੀ ਹਨ। ਤੇ ਵੱਡਾ ਪੁੱਤਰ ਜਿਹੜਾ ਉਹਦਾ ਨਾਂ ਹੈ ਭਾਈ ਸੰਗੋ ਸ਼ਾਹ ਜੀ, ਤੇ ਉਹਨਾਂ ਤੋਂ ਛੋਟੇ ਜਿਹੜੇ ਉਹਨਾਂ ਦਾ ਨਾਮ ਜੀਤ ਮੱਲ ਹੈ। ਗੰਗਾ ਰਾਮ ਅਨੇਕ ਪ੍ਰਸੰਗ। ਤੇ ਤੀਜੇ ਜਿਹੜੇ ਹਨ ਉਹਨਾਂ ਦਾ ਨਾਮ ਹੈ ਭਾਈ ਗੰਗਾ ਰਾਮ ਜੀ। ਉਹ ਵੀ ਅਨੇਕ ਤਰ੍ਹਾਂ ਦੇ ਪ੍ਰਸੰਗ ਗੁਰਾਂ ਨਾਲ ਕਰਦੇ ਹੋਏ ਜਾ ਰਹੇ ਹੈ। ਬਾਹਰ ਮਾਹਰੀ ਚੰਦ ਪ੍ਰਬੀਨ। ਤੇ ਚੌਥੇ ਹਨ ਭਾਈ ਮਾਹਰੀ ਚੰਦ ਜੀ, ਬੜੇ ਪ੍ਰਬੀਨ ਹਨ, ਬੜੇ ਸਿਆਣੇ ਹਨ। ਜੋ ਸੰਗ ਗੁਲਾਬ ਚੰਦ ਬਲ ਪੀਨ। ਤੇ ਸਭ ਤੋਂ ਅਲਪ ਛੋਟੇ ਹਨ ਭਾਈ ਗੁਲਾਬ ਚੰਦ ਜੀ, ਪਰ ਬਲ ਵਿੱਚ ਬੜੇ ਪੀਨ ਹਨ, ਬਲ ਵਿੱਚ ਬੜੇ ਵੱਡੇ ਹਨ। ਪੰਚਹਾਂ ਵੀਰਨ ਕੋ ਗੁਰਹੇਰ। ਪੰਜੇ ਵੀਰ ਸਤਿਗੁਰਾਂ ਨੇ ਵੇਖੇ ਹਨ, ਬੜੇ ਬਹਾਦਰ ਹਨ, ਜੋ ਆਪਣੇ ਨਾਲ ਜਾ ਰਹੇ ਹੈ। ਹਰੇ ਹੋਏ ਬੋਲੇ ਤਿਸ ਬੇਰ। ਸਤਿਗੁਰੂ ਜੀ ਖਲੋ ਗਏ ਜਾਂਦਿਆਂ ਜਾਂਦਿਆਂ ਤੇ ਕਹਿਣ ਲੱਗੇ, ਹੈ ਧਵਾਏ ਹਥਿਆਰ ਪ੍ਰਹਾਰਨ। ਸਤਿਗੁਰੂ ਜੀ ਕਹਿਣ ਲੱਗੇ ਘੋੜਿਆਂ ਨੂੰ ਦੌੜਾ ਕੇ ਤੇ ਹਥਿਆਰ ਜਿਹੜੇ ਸ਼ਸਤਰ ਹੈ ਉਹਨਾਂ ਦੇ ਪ੍ਰਹਾਰ ਕਰਨੇ ਆ, ਵਾਰ ਕਰਨੇ ਆ। ਕਰਹੁ ਕਵਾਇਦ ਅਬਹਿ ਦਿਖਾਰਨ। ਤੇ ਹੁਣੇ ਜਿਹੜੀ ਕਵਾਇਦ ਵਿਦਿਆ ਹੈ ਉਹ ਵਿਖਾਓ। ਉਹਦਾ ਜੋ ਅਭਿਆਸ ਤੁਸੀਂ ਕਰਦੇ ਰਹਿੰਦੇ ਹੋ ਉਸ ਕਵਾਇਦ ਵਿਦਿਆ ਨੂੰ ਵਿਖਾਓ ਹੁਣ। ਵੇਖ ਮੈਦਾਨ ਆਸ਼ੋ ਉਮੰਗਾਏ। ਤੇ ਸੋਹਣਾ ਮੈਦਾਨ ਵੇਖ ਕੇ, ਕਿਉਂਕਿ ਜਮਨਾ ਨਦੀ ਦਾ ਕਿਨਾਰਾ ਜਿਹੜਾ ਹੈ ਉਹ ਬੜਾ ਪੱਧਰਾ ਆ ਗਿਆ, ਸਾਫ਼ ਕਿਨਾਰਾ ਆ ਗਿਆ। ਤੇ ਜਦੋਂ ਉਚਿਤ ਮੈਦਾਨ ਵੇਖਿਆ ਹੈ ਪ੍ਰਿਥਕ ਪ੍ਰਿਥਕ ਹੈ ਬਲੀ ਧਵਾਏ। ਤਾਂ ਵੱਖਰੇ ਵੱਖਰੇ ਜਿਹੜੇ ਬਲਿਸ਼ਟ ਬਲੀ ਘੋੜੇ ਹਨ ਇਹਨਾਂ ਸੂਰਮਿਆਂ ਦੇ ਕੋਲ ਇਹਨਾਂ ਨੇ ਦੌੜਾਏ ਹੈ। ਦੇਖਤ ਸਤਿਗੁਰ ਠਾਂਡੇ ਰਹੇ। ਤੇ ਸਤਿਗੁਰੂ ਪਾਤਸ਼ਾਹ ਜੀ ਖਲੋ ਕੇ ਵੇਖ ਰਹੇ ਹਨ। ਨਿਪੁੰਨ ਸ਼ਸਤਰ ਵਿਦਿਆ ਮਹਿ ਲਹੇ। ਸ਼ਸਤਰ ਵਿਦਿਆ ਵਿੱਚ ਸਤਿਗੁਰਾਂ ਨੇ ਨਿਪੁੰਨ ਲਖਿਆ ਕਿ ਸ਼ਸਤਰ ਵਿਦਿਆ ਵਿੱਚ ਨਿਪੁੰਨ ਹਨ, ਪ੍ਰੰਗਤ ਹਨ ਇਹ ਸਾਰੇ ਹੀ।
ਨੰਦ ਚੰਦ ਉਤਸਾਹ ਵਧਾਇਓ। ਭਾਈ ਨੰਦ ਚੰਦ ਜੀ ਨੇ ਵੀ ਤਦੋਂ ਬੜਾ ਉਤਸ਼ਾਹ ਵਧਾਇਆ ਜਦੋਂ ਗੁਰਾਂ ਦੇ ਭੂਆ ਦੇ ਪੁੱਤਰਾਂ ਨੇ ਕਵੈਦ ਵਿਦਿਆ ਵਿਖਾਈ ਹੈ, ਤੇ ਭਾਈ ਨੰਦ ਚੰਦ ਜੀ ਵੀ ਉਤਸੁਕ ਹੋਏ ਆ ਆਪਣੀ ਵਿਦਿਆ ਵਿਖਾਉਣ ਵਾਸਤੇ। ਹੇਤ ਦਿਖਾਵਨ ਤੁਰੰਗ ਧਵਾਇਓ। ਇਹਨਾਂ ਨੇ ਵੀ ਗੁਰਾਂ ਨੂੰ ਵਿਖਾਉਣ ਵਾਸਤੇ ਦੋਨੋਂ ਤੁਰੰਗ ਘੋੜੇ ਨੂੰ ਦੌੜਾਇਆ ਹੈ। ਸ਼ਸਤਰ ਹਤਨ ਕੀ ਘਾਤ ਵਿਸਾਲਾ। ਸ਼ਸਤਰ ਮਾਰਨ ਦਾ ਬਹੁਤ ਵੱਡਾ ਦਾ ਜਾਣਦੇ ਭਾਈ ਨੰਦ ਚੰਦ ਜੀ। ਨੱਠੇ ਹੋਏ ਘੋੜੇ ਦੇ ਉੱਤੋਂ ਦੀ ਇਸ ਤਰ੍ਹਾਂ ਵਾਰ ਕਰਨ ਦੀ ਜਿਹੜੀ ਵਿਧੀ ਆ ਬੜੇ ਸੁਚੱਜੇ ਢੰਗ ਨਾਲ ਜਾਣਦੇ ਆ, ਤੇ ਅਭਿਆਸ ਵੀ ਹੈ ਚੋਖਾ। ਬਾਮ ਦਾਹਨੀ ਕਰ ਕਰ ਚਾਲਾ। ਕਦੇ ਬਾਮ ਤੇ ਕਦੇ ਦਾਹਨੀ, ਕਦੇ ਸੱਜੇ ਤੇ ਕਦੇ ਖੱਬੇ ਪਾਸੇ, ਇਉਂ ਕਰਦੇ ਹੋਏ ਜਾ ਰਹੇ। ਘੋੜੇ ਨੂੰ ਨਠਾ ਵੀ ਰਹੇ ਹੈ, ਕਦੇ ਤਲਵਾਰ ਪਕੜੀ ਹੋਈ ਸੱਜੇ ਹੱਥ ਵਿੱਚ, ਅਥਵਾ ਬਰਸ਼ਾ ਪਕੜਿਆ ਹੋਇਆ ਸੱਜੇ ਹੱਥ ਵਿੱਚ, ਤੇ ਖੱਬੇ ਹੱਥ ਵਿੱਚ ਘੋੜੇ ਦੀਆਂ ਵਾਗਾਂ ਹਨ। ਨਠਾਉਂਦਿਆਂ ਹੋਇਆ ਘੋੜੇ ਨੂੰ, ਕਦੇ ਘੋੜੇ ਨੂੰ ਖੱਬੇ ਕਰਕੇ ਪਕੜਿਆ ਹੱਥ ਵਿੱਚ ਸ਼ਸਤਰ ਸੱਜੇ ਪਾਸੇ ਘੁਮਾਉਣ ਲੱਗ ਪੈਂਦੇ ਆ, ਕਦੇ ਘੋੜੇ ਨੂੰ ਖੱਬੇ ਪਾਸੇ ਸੱਜੇ ਪਾਸੇ ਕਰਕੇ ਤੇ ਪਕੜਿਆ ਸ਼ਸਤਰ ਖੱਬੇ ਪਾਸੇ ਘੁਮਾਉਣ ਲੱਗ ਪੈਂਦੇ। ਭਾਵ ਕਿ ਰਣ ਭੂਮੀ ਵਿੱਚ ਜਦ ਸੂਰਮਿਆਂ ਦੇ ਵੱਡੇ ਭੇੜ ਦੇ ਵਿੱਚ ਜਦੋਂ ਮਿਲਾਪ ਹੋ ਜਾਵੇ, ਸ਼ਤਰੂਆਂ ਦੀ ਸੈਨਾ ਵਿੱਚ ਜਦੋਂ ਵੜਨਾ ਪੈ ਜਾਵੇ, ਦੋਵੇਂ ਪਾਸਿਓਂ ਸ਼ਤਰੂ ਆ ਰਹੇ ਹੋਣ ਤੇ ਵਾਰ ਕਰ ਰਹੇ ਹੋਣ, ਉਹ ਦੋਵਾਂ ਪਾਸਿਆਂ ਦੇ ਸ਼ਤਰੂਆਂ ਨੂੰ ਕਿਵੇਂ ਖਦੇੜ ਖਦੇੜ ਕੇ ਪਰੇ ਸੁੱਟਣਾ ਹੈ, ਐਸੀ ਵਿਦਿਆ ਦਾ ਅਭਿਆਸ ਹੈ ਭਾਈ ਨੰਦ ਚੰਦ ਜੀ ਦੇ ਕੋਲ, ਤੇ ਸਤਿਗੁਰਾਂ ਨੂੰ ਵਿਖਾ ਰਹੇ ਹਨ। ਦਇਆ ਰਾਮ ਕੋ ਚਿਤ ਹੁਲਸਾਇਓ। ਵੇਖ ਕੇ ਗੁਰਾਂ ਦੇ ਪੁਰੋਹਿਤ ਭਾਈ ਦਇਆ ਰਾਮ ਜੀ ਦਾ ਵੀ ਚਿੱਤ ਹੁਲਸਾਇਆ ਹੈ, ਉਤਸੁਕ ਹੋਇਆ ਹੈ। ਵੇਖੋ ਧੰਨ ਕਲਗੀਧਰ ਪਾਤਸ਼ਾਹ ਜਿਨ੍ਹਾਂ ਨੇ ਇਹ ਜਗਤ ਦੇ, ਇਹ ਸੰਸਾਰ ਦੇ, ਜਿਹੜੇ ਕਿ ਇੱਕ ਗਊਆਂ ਦੀ ਨਿਆਈ ਬਣ ਕੇ ਜੀਵ ਰਹਿ ਗਏ ਸਨ, ਜਿਨ੍ਹਾਂ ਨੇ ਕਦੇ ਸ਼ਸਤਰ ਪਕੜੇ ਵੀ ਨਹੀਂ ਸਨਗੇ ਹੱਥ ਵਿੱਚ, ਤੇ ਫਿਰ ਵਿਸ਼ੇਸ਼ ਕਰਕੇ ਜਿਹੜੇ ਬ੍ਰਾਹਮਣ ਲੋਕ ਕਹਿੰਦੇ ਸਨ ਕੇਵਲ ਅਸੀਂ ਗ੍ਰੰਥ ਪਕੜ ਸਕਦੇ ਹਾਂ, ਸ਼ਾਸਤਰ ਪਕੜ ਸਕਦੇ ਹਾਂ, ਸ਼ਸਤਰ ਫੜਨਾ ਸਾਡੇ ਵੱਸ ਦੀ ਗੱਲ ਨਹੀਂ ਹੈ। ਉਹ ਦਇਆ ਰਾਮ ਪੁਰੋਹਿਤ ਬ੍ਰਾਹਮਣ ਜਾਤੀ ਦੇ ਜੋ ਹਨ, ਉਹਨਾਂ ਨੂੰ ਵੀ ਧੰਨ ਕਲਗੀਧਰ ਪਾਤਸ਼ਾਹ ਸਤਿਗੁਰਾਂ ਨੇ ਸ਼ਸਤਰ ਪਕੜਵਾ ਕੇ ਸੂਰਬੀਰ ਬਣਾ ਦਿੱਤਾ ਹੋਇਆ। ਭਾਈ ਦਇਆ ਰਾਮ ਪੁਰੋਹਿਤ ਜੋ ਹਨ, ਉਹਨਾਂ ਦਾ ਮਨ ਵੀ ਉਤਸੁਕ ਹੋਇਆ ਤੇ ਉਹ ਵੀ ਸ਼ਸਤਰ ਪਕੜ ਕੇ ਅਗਾਂਹ ਹੋਇਆ। ਤੁੰਦ ਤੁਰੰਗਮ ਕਰ ਫੰਦਾਇਓ। ਉਹਨਾਂ ਨੇ ਵੀ ਤੁਰੰਗਮ ਨੂੰ, ਘੋੜੇ ਨੂੰ ਤੁੰਗ ਉੱਚਾ ਕਰਕੇ, ਸੀਖ ਪੌੜ ਕਰਕੇ, ਵਾਗਾਂ ਖਿੱਚ ਕੇ ਫਿਰ ਦੌੜਾਇਆ ਹੈ। ਬਹੁਰ ਧਵਾਏ ਘਾਤ ਹਥਿਆਰ। ਜਿੱਥੇ ਘੋੜੇ ਨੂੰ ਦੌੜਾਇਆ ਹੈ ਉਥੇ ਸ਼ਸਤਰ ਦਾ ਘਾਤ ਦਾ ਕਿਵੇਂ ਸ਼ਤਰੂ ਦੇ ਨਾਲ ਕਰਨਾ ਹੈ ਉਹ ਵੀ ਕਰਕੇ ਵਿਖਾਇਆ ਹੈ। ਕਰੀ ਦਿਖਾਵਨ ਸਰਬ ਪ੍ਰਕਾਰ। ਹਰ ਤਰ੍ਹਾਂ ਦੇ ਨਾਲ ਜਦ ਕਵਾਇਦ ਵਿਦਿਆ ਕਰਕੇ ਵਿਖਾਈ ਹੈ। ਪੁਨ ਕਿਰਪਾਲ ਮਾਤੁਲ ਬਾਰ ਬੀਰ। ਫਿਰ ਕਿਰਪਾਲੂ ਜੋ ਕਿ ਸਤਿਗੁਰਾਂ ਦੇ ਮਾਮਾ ਜੀ ਹਨ, ਮਾਮਾ ਕਿਰਪਾਲ ਚੰਦ ਜੀ, ਉਹ ਵੀ ਬੜੇ ਵੀਰ ਹਨ, ਬੜੇ ਬਹਾਦਰ ਹਨ। ਇਹ ਜਿਹੜੇ ਹੈ ਗੁਰਾਂ ਦੇ ਭੂਆ ਦੇ ਪੁੱਤ ਭਰਾ, ਇਹ ਯੁਵਾ ਅਵਸਥਾ ਵਿੱਚ ਹਨ ਹਾਲੇ, ਸਤਿਗੁਰੂ ਜੀ ਹਾਲੇ ਕਿਸ਼ੋਰਾ ਅਵਸਥਾ ਵਿੱਚ ਹਨ, ਤੇ ਮਾਮਾ ਜੀ ਜਿਹੜੇ ਹਨ ਉਹਨਾਂ ਦੀ ਉਮਰ ਹੁਣ ਵੱਡੀ ਹੈ। ਪਰ ਜਦੋਂ ਇਹਨਾਂ ਮੁੰਡਿਆਂ ਖੁੰਡਿਆਂ ਨੂੰ ਸ਼ਸਤਰ ਵਿਦਿਆ, ਕਵਾਇਦ ਵਿਦਿਆ ਕਰਦਿਆਂ ਹੋਇਆਂ ਸਤਿਗੁਰਾਂ ਨੂੰ ਵਿਖਾਉਂਦੇ ਵੇਖਿਆ, ਤੇ ਮਾਮਾ ਜੀ ਦਾ ਮਨ ਵੀ ਉਤਸੁਕ ਆਇਆ ਕਿ ਮੈਂ ਵੀ ਸ਼ਸਤਰ ਵਿਦਿਆ ਵਿਖਾਵਾਂ। ਤਦੋਂ ਮਾਮਾ ਕਿਰਪਾਲ ਚੰਦ ਜੀ ਵੀ ਅੱਗੇ ਹੋਇਆ। ਸਰਬ ਪ੍ਰਕਾਰਨ ਪੁਨ ਧਰ ਧੀਰ। ਹਰ ਤਰ੍ਹਾਂ ਦੇ ਨਾਲ ਧੀਰਜ ਧਾਰਨ ਕਰਕੇ। ਚੰਚਲ ਬਲੀ ਫੇਰ ਬਹੁ ਭਾਂਤ। ਜਿਹੜਾ ਚੰਚਲ ਤੇ ਬਲਿਸ਼ਟ ਬਲੀ ਘੋੜਾ ਹੈ,
ਉਹਨੂੰ ਬਹੁਤ ਤਰ੍ਹਾਂ ਦੇ ਨਾਲ ਮਾਮਾ ਜੀ ਨੇ ਵੀ ਫੇਰਿਆ ਹੈ। ਜਥਾ ਹੋਤ ਜੋਦਨ ਕੀ ਘਾਤ। ਤੇ ਜਿਵੇਂ ਯੋਧਿਆਂ ਸੂਰਮਿਆਂ ਦੀ ਘਾਤ ਹੁੰਦੀ ਹੈ, ਜਿਵੇਂ ਜੰਗ ਵਿੱਚ ਦਾਲ ਆਈਦਾ ਸ਼ਤਰੂ ਨੂੰ ਚਕਮਾ ਦੇ ਕੇ ਜਿਵੇਂ ਸ਼ਤਰੂ ਤੇ ਵਾਰ ਕਰੀਦਾ ਹੈ, ਸਭ ਬੇਦ ਕੀ ਕਰ ਕਰ ਦਿਖਰਾਈ। ਉਹ ਹਰ ਤਰ੍ਹਾਂ ਦੀ ਜਿਹੜੀ ਵਿਧੀ ਹੈ ਮਾਮਾ ਜੀ ਨੇ ਕਰਕੇ ਵਿਖਾਈ ਹੈ। ਭਾਵੇਂ ਸ਼ਸਤਰ ਵਿਦਿਆ ਵਿੱਚ ਬਾਕੀ ਵੀ ਸਾਰੇ ਪੂਰੇ ਪ੍ਰਾਂਗਤ ਹਨ, ਪਰ ਮਾਮਾ ਜੀ ਦਾ ਅਭਿਆਸ ਪੁਰਾਣਾ ਹੈ। ਇਸ ਵਾਸਤੇ ਇਹਨਾਂ ਨੇ ਐਸੇ ਸ਼ਤਰੂ ਨੂੰ ਕਿਵੇਂ ਚਕਮਾ ਦੇਣਾ ਹੈ ਤੇ ਕਿਵੇਂ ਉਸ ਨੂੰ ਚਕਮਾ ਦੇ ਕੇ ਵਾਰ ਕਰਕੇ ਉਹਦਾ ਨਾਸ ਕਰਨਾ, ਉਸ ਨੂੰ ਨਿਸ ਤੋਂ ਨਾਬੂਦ ਕਰਨਾ ਹੈ, ਐਸੀ ਜਿਹੜੀ ਵਿਦਿਆ ਹੈ ਉਹ ਸਤਿਗੁਰਾਂ ਨੂੰ ਵਿਖਾਈ ਹੈ। ਭਗਨੀ ਸੋਤ ਕੇ ਖੁਸ਼ੀ ਉਪਾਈ। ਤੇ ਆਪਣੀ ਭੈਣ ਦੇ ਪੁੱਤਰ ਦੇ ਮਨ ਵਿੱਚ, ਭਾਣਜੇ ਦੇ ਮਨ ਵਿੱਚ ਧੰਨ ਕਲਗੀਧਰ ਪਾਤਸ਼ਾਹ ਸਤਿਗੁਰਾਂ ਦੀਆਂ ਖੁਸ਼ੀਆਂ ਲਈਆਂ। ਪ੍ਰਿਥਕ ਪ੍ਰਿਥਕ ਇਮ ਸਭ ਕੀ ਦੇਖ। ਇਉਂ ਵੱਖ ਵੱਖ ਸਾਰਿਆਂ ਦੀ ਵਿਦਿਆ ਸਤਿਗੁਰਾਂ ਨੇ ਵੇਖੀ ਹੈ। ਸ੍ਰੀ ਕਲਗੀ ਧਰ ਤੁਰੰਗ ਵਿਸ਼ੇਖ। ਧੰਨ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ, ਜਿਨ੍ਹਾਂ ਦੇ ਕੋਲ ਵੀ ਫਿਰ ਵਿਸ਼ੇਸ਼ ਮਹਾਬਲੀ ਤੁਰੰਗ ਘੋੜਾ ਹੈ। ਕਰਿਓ ਤੇਜ ਪਗ ਮੂਰਤ ਦੌਨ। ਸਤਿਗੁਰੂ ਜੀ ਵੀ ਫਿਰ ਆਪਣੀ ਵਿਦਿਆ ਸਿੱਖਾਂ ਨੂੰ ਵਿਖਾਉਣ ਲੱਗੇ ਆ। ਸਤਿਗੁਰਾਂ ਨੇ ਤਦੋਂ ਘੋੜੇ ਨੂੰ ਦੌੜਾਇਆ ਹੈ, ਤੇ ਜਦੋਂ ਘੋੜਾ ਦੌੜਦਾ ਹੈ ਪਗ ਮੂਰਤ ਦੌਨ, ਦੋਵੇਂ ਚਰਨ ਜਿਹੜੇ ਉਹ ਮੋੜ ਕੇ ਤੇ ਦੌੜਦਾ ਹੈ, ਆਪਣੇ ਸੁਮਾਂ ਨੂੰ ਮੋੜ ਕੇ ਦੌੜਦਾ ਹੈ। ਰਿਸੇ ਨਾ ਗਮਨੈ ਅਗਰੈ ਪੌਨ। ਇਹਨਾਂ ਰਿਸ ਵਿੱਚ ਆਇਆ ਘੋੜਾ, ਗੁੱਸੇ ਵਿੱਚ ਆਇਆ ਕਿ ਪੌਣ ਮੇਰੇ ਤੋਂ ਅੱਗੇ ਲੰਘ ਭਲਾ ਕਿਵੇਂ ਜਾਵੇ। ਇਹਦੀ ਮਜਾਲ ਕੀ ਹੈ ਕਿ ਪਵਨ ਹਵਾ ਮੇਰੇ ਤੋਂ ਅੱਗੇ ਲੰਘ ਜਾਵੇ। ਇਹ ਕੌਣ ਮ੍ਰਿਗ ਸ਼ੌਨ ਪਲਾਵੈ। ਤੇ ਮ੍ਰਿਗ ਸ਼ੌਨ ਹਿਰਨ ਦਾ ਬੱਚਾ ਕੀ ਹੈ ਜਿਹੜਾ ਮੇਰੇ ਅੱਗੋਂ ਲੰਘ ਸਕੇ, ਮੈਨੂੰ ਪਾਸ ਕਰ ਸਕੇ। ਆਂਦ ਉਤੰਗ ਅਦਕ ਉਤਲਾਵੈ। ਤੇ ਫਾਂਦ ਉਤੰਗ ਉੱਚੀਆਂ ਛਾਲਾਂ ਮਾਰਦਿਆਂ ਬੜੀ ਉਤਾਵਲਤਾ ਦੇ ਨਾਲ ਘੋੜਾ ਦੌੜ ਰਿਹਾ ਹੈ, ਨੱਠ ਰਿਹਾ ਹੈ। ਤੀਰ ਤੁਫੰਗਨ ਤੋਮਰ ਮਾਰਨ। ਸ਼ਸਤਰ ਚਲਾਉਣੇ, ਘੋੜੇ ਤੇ ਸਵਾਰ ਕਿਵੇਂ ਤੀਰ ਚਲਾਉਣਾ ਹੈ, ਤਨਖ ਨੂੰ ਹੱਥ ਵਿੱਚ ਪਕੜ ਕੇ, ਵਾਗਾਂ ਦੋਵੇਂ ਘੋੜੇ ਦੀਆਂ ਛੱਡ ਕੇ, ਕਿਵੇਂ ਇੱਕ ਹੱਥ ਵਿੱਚ ਧਨਖ ਪਕੜ ਕੇ ਤੇ ਪੱਥੇ ਵਿੱਚੋਂ ਤੀਰ ਕੱਢ ਕੇ ਬਾਂਗਰ ਜੋੜ ਕੇ ਸ਼ਤਰੂ ਦਾ ਲਖਸ਼ ਸਾਧ ਕੇ ਜਿਵੇਂ ਤੀਰ ਚਲਾਉਣਾ ਹੈ, ਸਤਿਗੁਰੂ ਜੀ ਘੋੜੇ ਤੇ ਬੈਠੇ ਤੀਰ ਚਲਾ ਕੇ ਲਖਸ਼ ਸਾਧ ਕੇ ਵਿਖਾ ਰਹੇ ਹਨ। ਕਿਸ ਤਰ੍ਹਾਂ ਬੰਦੂਕ ਪਕੜਨੀ ਹੈ, ਨੱਠੇ ਜਾਂਦੇ ਘੋੜੇ ਦੇ ਉੱਪਰ ਬੰਦੂਕ ਨੂੰ ਪਕੜ ਕੇ ਕਿਵੇਂ ਤੋੜੇਦਾਰ ਬੰਦੂਕ ਦੇ ਵਿੱਚ ਬਰੂਦ ਪਾ ਕੇ ਗਜ ਨਾਲ ਠੋਕ ਕੇ ਪਲੀਤੇ ਨੂੰ ਦਾਗ ਕੇ ਕਿਸ ਤਰ੍ਹਾਂ ਬੰਦੂਕ ਚਲਾਉਣੀ ਹੈ, ਇਹ ਵੀ ਸਤਿਗੁਰੂ ਜੀ ਵਿਖਾ ਰਹੇ ਹਨ। ਕਿਸ ਤਰ੍ਹਾਂ ਤੋਮਰ ਵਰਸ਼ਾ ਘਮਾਉਣਾ ਹੈ, ਨੱਠੇ ਜਾਂਦੇ ਘੋੜੇ ਦੇ ਉੱਪਰ ਵਰਸ਼ਾ ਪਕੜ ਕੇ ਕਿਵੇਂ ਸ਼ਤਰੂ ਨੂੰ ਪਰੋ ਕੇ ਨਾਸ ਕਰ ਦੇਣਾ ਹੈ, ਇਹ ਵਿਦਿਆ ਗੁਰੂ ਵਿਖਾ ਰਹੇ ਹੈ। ਹਾਥ ਸਿਪਰ ਧਰ ਖਿੱਚ ਤਰਵਾਰਨ। ਹੱਥ ਵਿੱਚ ਸਿਪਰ ਪਕੜ ਕੇ, ਢਾਲਾ ਪਕੜ ਕੇ ਤੇ ਮਿਆਨ ਵਿੱਚੋਂ ਤੇਗਾ ਤਲਵਾਰ ਖਿੱਚ ਕੇ। ਸਕਲ ਕਵਾਇਦ ਕੀਨ ਬਿਲਾਸਾ। ਹਰ ਤਰ੍ਹਾਂ ਦੀ ਕਵਾਇਦ ਵਿਦਿਆ ਦਾ ਜਿਹੜਾ ਵਿਲਾਸ ਕੌਤਕ ਸਤਿਗੁਰਾਂ ਕੀਤਾ ਜਮਨਾ ਨਦੀ ਦੇ ਕਿਨਾਰੇ ਤੇ। ਇੱਥੋਂ ਸਿਧਾਂਤ ਸਿੱਧ ਹੈ, ਇਹ ਜਿਹੜੇ ਗੁਰਾਂ ਦੇ ਨਿਕਟਵਰਤੀ ਸਿੱਖ ਗੁਰਾਂ ਨੇ ਨਾਲ ਭਰਤੀ ਕੀਤੇ ਹੋਏ ਆ ਨਾ, ਇਹ ਮੰਨੋ ਇਹ ਉਸ ਤਰ੍ਹਾਂ ਜਿਵੇਂ ਕਮਾਂਡੋ ਹੁੰਦੀ ਵਿਸ਼ੇਸ਼, ਜਿਵੇਂ ਫੌਜ ਦੇ ਵਿੱਚ ਬਾਕੀ ਫੌਜ ਵੀ ਹੁੰਦੀ ਹੈ ਬੇਅੰਤ, ਉਹ ਵੀ ਸ਼ਸਤਰ ਵਿਦਿਆ ਵਿੱਚ ਪ੍ਰਾਂਗਤ ਹੁੰਦੇ ਆ, ਪਰ ਕੁਝ ਵਿਸ਼ਿਸ਼ਟ ਹੁੰਦੀ ਕਮਾਂਡੋ, ਜੋ ਹਰ ਪਰਿਸਥਿਤੀ ਦੇ ਵਿੱਚ ਆਪਣੇ ਆਪ ਨੂੰ ਢਾਲ ਕੇ ਸ਼ਤਰੂ ਦਾ ਮੁਕਾਬਲਾ ਕਰਨ ਵਿੱਚ ਸક્ષਮ ਹੁੰਦੀ ਹੈ। ਕੇਵਲ ਆਪਣੇ ਸਰੀਰ ਦੀ ਫੁਰਤੀ ਹੀ ਤੱਕ ਸੀਮਤ ਨਹੀਂ, ਸ਼ਸਤਰ ਵਿਦਿਆ ਵਿੱਚ ਵੀ ਪ੍ਰਾਂਗਤ, ਸਰੀਰਕ ਫੁਰਤੀ ਵਿੱਚ ਵੀ, ਤੇ ਉੱਥੇ ਹੀ ਸੁਰਤ ਦੀ ਇਤਨੀ ਤੇਜ਼ ਰਫ਼ਤਾਰ ਕਿ ਸ਼ਤਰੂ ਦੇ ਨਾਲ ਜਦ ਮੁੱਠ ਭੇੜ ਪੈ ਜਾਵੇ
ਤੇ ਇਤਨੀ ਸ਼ੀਘਰਤਾ ਦੇ ਨਾਲ ਕਿਸ ਤਰ੍ਹਾਂ ਆਪਣੀ ਦਾਨਿਸ਼ਮੰਦਤਾ ਦੇ ਨਾਲ ਸ਼ਤਰੂ ਵੱਲੋਂ ਕੀਤੇ ਜਾ ਰਹੇ ਹਮਲੇ ਦੇ ਤੋੜ ਨੂੰ ਤੁਰੰਤ ਸੋਚ ਕੇ ਉਸ ਨੂੰ ਨਾਸ ਕਰਨਾ ਹੈ, ਨਿਸ ਤੋਂ ਨਾਬੂਦ ਕਰਨਾ ਹੈ। ਉਹ ਗੁਰਾਂ ਦੇ ਨਾਲ ਜਿਹੜੇ ਭੂਆ ਦੇ ਪੁੱਤਰ ਪੰਜੇ ਭਰਾ ਹਨ, ਭਾਈ ਸੰਗੋ ਸ਼ਾਹ ਵਰਗੇ, ਇਸੇ ਤਰ੍ਹਾਂ ਫਿਰ ਭਾਈ ਆਨੰਦ ਚੰਦ ਜੀ, ਦਇਆ ਰਾਮ ਪ੍ਰੋਹਤ ਮਾਮਾ ਜੀ, ਕਿਰਪਾਲ ਚੰਦ ਜੀ ਆਦਿ ਐਸੇ ਭਾਈ ਆਲਮ ਚੰਦ ਵਰਗੇ, ਇਹ ਜਿਹੜੇ ਸੂਰਮੇ ਆ ਨਾ, ਗੁਰਾਂ ਦੇ ਨਾਲ ਕਮਾਂਡੋ ਫੌਜ ਹੈ, ਜੋ ਸਤਿਗੁਰਾਂ ਦੇ ਨਾਲ ਹਰ ਸਮੇਂ ਹਰ ਪਰਿਸਥਿਤੀ ਦਾ ਮੁਕਾਬਲਾ ਕਰਨ ਵਿੱਚ ਸਕਸ਼ਮ ਹੈ। ਥਲ ਸੁੰਦਰ ਜਮਨਾ ਤਟ ਪਾਸਾ, ਇਉਂ ਜਮਨਾ ਨਦੀ ਦਾ ਤਟ ਕਿਨਾਰਾ ਬਹੁਤ ਸੁੰਦਰ ਸਥਾਨ ਹੈ ਜੋ ਕਰਹਿ ਪਰਸਪਰ ਅਦਕ ਸਰਾਹਨ। ਇਸ ਤਰ੍ਹਾਂ ਨਾਲੇ ਤੇ ਆਪੋ ਆਪਣੀ ਵਿਦਿਆ ਗੁਰਸਿੱਖ ਵਿਖਾਉਂਦੇ ਜਾ ਰਹੇ ਹੈ ਤੇ ਪਰਸਪਰ ਬਚਨ ਕਰਦੇ ਇੱਕ ਦੂਜੇ ਦੀ ਵਿਦਿਆ ਨੂੰ ਸਲਾਹ ਰਹੇ ਹੈ। ਭਾਈ ਸੰਗੋ ਸ਼ਾਹ ਬਹੁਤ ਵਿਦਿਆ ਵਿੱਚ ਨਿਪੁੰਨ ਹਨ। ਭਾਈ ਆਨੰਦ ਚੰਦ ਜੀ ਦੀ ਤੇ ਗੱਲ ਹੀ ਕੀ ਕਰਨੀ ਹੈ, ਉਹਨਾਂ ਦੀ ਤੇ ਐਸੀ ਕਵੈਦ ਵਿਦਿਆ ਹੈ, ਐਸਾ ਸੱਜੇ ਖੱਬੇ ਘੋੜਾ ਕਰਕੇ ਸ਼ਸਤਰ ਚਲਾਉਣ ਵਿੱਚ ਪ੍ਰਾਂਗਤ ਹਨ, ਜਿਨ੍ਹਾਂ ਦੀ ਜਿਹੜੀ ਮੁਕਾਬਲਾ ਹੈ, ਜਿਨ੍ਹਾਂ ਦੀ ਸੁਦਰਸ਼ਤਾ ਕੋਈ ਕਰ ਨਹੀਂ ਸਕਦਾ। ਮਾਮਾ ਕਿਰਪਾਲ ਚੰਦ ਜੀ, ਉਹਨਾਂ ਦੀ ਤੇ ਗੱਲ ਹੀ ਕੀ ਕਰਨੀ ਹੈ, ਭਾਵੇਂ ਉਹਨਾਂ ਦੀ ਉਮਰਾ ਵੱਡੀ ਵੀ ਹੈ, ਫਿਰ ਵੀ ਉਹ ਜਵਾਨ ਸੂਰਮੇ ਦਾ ਮੁਕਾਬਲਾ ਕਰਨ ਵਿੱਚ ਸਕਸ਼ਮ ਹਨਗੇ। ਫਿਰ ਭਾਈ ਗੰਗਜੀਤ ਮੱਲ ਦੀ ਇਸੇ ਪ੍ਰਕਾਰ, ਭਾਈ ਮਾਰੀ ਚੰਦ ਦੀ, ਗੁਲਾਬ ਚੰਦ ਦੀ, ਇਉਂ ਇੱਕ ਦੂਜੇ ਦੀ ਮਹਿਮਾ ਕਰ ਰਹੇ ਹਨ। ਫਿਰ ਸਾਰੇ ਮਿਲ ਕੇ ਸਤਿਗੁਰਾਂ ਦੀ ਮਹਿਮਾ ਕਰਦੇ ਹਨ ਕਿ ਸਤਿਗੁਰੂ ਸਾਹਿਬਾਂ ਵਰਗੀ ਜਿਹੜੀ ਕਵੈਦ ਵਿਦਿਆ ਹੈ ਕਿ ਘੋੜੇ ਤੇ ਬੈਠੇ ਉਸੇ ਵੇਲੇ ਧਨਖ ਦੇ ਵਿੱਚ ਤੀਰ ਜੋੜ ਕੇ ਕਿਵੇਂ ਲਖਸ਼ ਸਾਧਨਾ, ਤੇ ਚਲਦਿਆਂ ਚਲਦਿਆਂ ਬੰਦੂਕ ਤੋੜੇਦਾਰ ਨੂੰ ਕਿਵੇਂ ਕੱਸਣਾ ਹੈ, ਕਿਸ ਤਰ੍ਹਾਂ ਫਿਰ ਤਲਵਾਰ ਪਕੜ ਕੇ ਢਾਲਾ ਫੜ ਕੇ ਸ਼ਤਰੂ ਨਾਲ ਭੇੜ ਕਰਨਾ ਹੈ, ਤੇ ਕਿਸ ਤਰ੍ਹਾਂ ਵਰਸ਼ਾ ਪਕੜ ਕੇ ਘੁਮਾਉਣਾ। ਗੁਰਾਂ ਦੀ ਮਹਿਮਾ ਤੇ ਆਗਾਧ ਬੋਧ ਹੈ। ਇਉਂ ਪਰਸਪਰ ਉਪਮਾ ਕਰਦੇ ਤਥਾ ਸਾਰੇ ਗੁਰਸਿੱਖ ਮਿਲ ਕੇ ਗੁਰੂ ਉਪਮਾ ਕਰਦੇ ਹੋਏ ਜਾ ਰਹੇ ਹੈ। ਇਮ ਕੀਜੈ ਹੈ ਸ਼ਤਰੂ ਦਲ ਗਾਹਨ, ਇਸ ਤਰ੍ਹਾਂ ਸ਼ਤਰੂ ਦਾ ਦਲ ਜਿਹੜਾ ਹੈ ਨਾ, ਉਹ ਗਾਹਨ ਕਰਾਂਗੇ ਅਥਵਾ ਗਾਹਨ ਕੀਜੈ ਨਾਮ ਕਰੀਏ, ਭਾਵ ਸ਼ਤਰੂ ਦੀ ਸੈਨਾ ਦੇ ਨਾਲ ਮੁਕਾਬਲਾ ਕਰੀਏ। ਤੀਰ ਤੀਰ ਰਵ ਤਨ ਜਾ ਗਏ, ਇਸ ਤਰ੍ਹਾਂ ਸੂਰਜ ਦੀ ਪੁੱਤਰੀ ਜਮਨਾ ਨਦੀ ਦੇ ਕਿਨਾਰੇ ਕਿਨਾਰੇ ਤੇ ਪਾਤਸ਼ਾਹ ਗਏ ਹੈ। ਤਰਣੀ ਹੇਰ ਸਥਿਰਤਾ ਲਏ, ਤਾਂ ਜਿਹੜਾ ਸਥਾਨ ਮੁਕਰਰ ਕੀਤਾ ਸੀ, ਉੱਥੇ ਸਤਿਗੁਰਾਂ ਨੇ ਤਰੁਣੀ ਵੇਖੀ ਹੈ, ਬੇੜੀ ਵੇਖੀ ਹੈ, ਤਾਂ ਸਤਿਗੁਰਾਂ ਨੇ ਉੱਥੇ ਘੋੜੇ ਨੂੰ ਠਹਿਰਾ ਲਿਆ ਹੈ, ਘੋੜੇ ਨੂੰ ਰੋਕ ਲਿਆ ਹੈ। ਪਾਉਂਟਾ ਸਾਹਿਬ ਤੋਂ ਦੇਹਰਾਦੂਨ ਦਾ ਅੱਧਾ ਰਸਤਾ ਸਤਿਗੁਰਾਂ ਤੈਅ ਕਰਕੇ ਘੋੜਾ ਰੋਕ ਲਿਆ ਹੈ। ਅੱਧਾ ਰਸਤਾ ਹੁਣ ਉਧਰੋਂ ਬਾਬਾ ਰਾਮ ਰਾਏ ਜੀ ਨੇ ਵੀ ਆਉਣਾ ਹੈ। ਇਹ ਮਾਰਗ ਵਿੱਚ ਜਿਹੜੀ ਭੇਟ ਹੈ ਉਹ ਹੋਣੀ ਹੈ। ਸੋ ਜਿਵੇਂ ਗੁਰਾਂ ਨਾਲ ਭੇਟ ਬਚਨ ਬਿਲਾਸ ਹੋਣਗੇ, ਉਹ ਅਗਲੇ ਦੀਵਾਨਾਂ ਵਿੱਚ ਆਪਾਂ ਪ੍ਰਸੰਗ ਸਰਵਣ ਕਰਾਂਗੇ। ਅੱਜ ਦੀ ਕਥਾ ਵਿਚਾਰ ਇੱਥੇ ਹੀ ਸਮਾਪਤ ਕਰਦੇ ਹਾਂ। ਤੁਸ਼ ਬੁੱਧੀ ਹੈ ਦਾਸਾਂ ਦੀ ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ। ਸਾਧ ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ। ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਸ੍ਰੇਸ਼ਟ ਮੱਤ ਦੇਣ ਵਾਲੇ ਹਨ। ਅੱਗੇ ਵਾਸਤੇ ਸੁਧ ਕਥਾ ਵਿਚਾਰ ਕਰਨ ਦੀ ਬੁੱਧੀ ਬਖਸ਼ਣ। ਸਭ ਹੀ ਸੰਗਤਾਂ ਦੇ ਲੋਕ ਸੁਖੀਏ, ਪ੍ਰਲੋਕ ਸੁਹੇਲੇ ਕਰਨ। ਤੀਰ ਤੀਰ ਰਵ ਤਨ ਜਾ ਗਏ, ਕਰਨੀ ਹੇਰ ਸਥਿਰਤਾ ਲਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।